ਵਿਸ਼ਵ ਵਾਤਾਵਰਣ ਦਿਵਸ ਜਾਗਰੂਕਤਾ ਮੁਹਿੰਮ ਦੇ ਤਹਿਤ ਫਾਈਨ ਆਰਟਸ ਡਿਪਾਰਟਮੈਂਟ ਮਹਿੰਦਰਾ ਕਾਲਜ ਅਤੇ ਪੰਜਾਬ ਪੋਲਿਊਸ਼ਨ ਕੰਟਰੋਲ ਬੋਰਡ ਵੱਲੋਂ ਵਿਦਿਆਰਥੀਆਂ ਦੇ ਪੋਸਟਰ ਮੇਕਿੰਗ ਮੁਕਾਬਲੇ ਕਰਵਾਏ ਗਏ। ਇਹਨਾਂ ਮੁਕਾਬਲਿਆਂ ਵਿੱਚ 100 ਦੇ ਕਰੀਬ ਵਿਦਿਆਰਥੀਆਂ ਨੇ ਭਾਗ ਲਿਆ। ਵਿਦਿਆਰਥੀਆਂ ਵੱਲੋਂ ਵਾਤਾਵਰਣ ਨੂੰ ਦਰਸਾਉਂਦੇ ਪੋਸਟਰ ਤਿਆਰ ਕੀਤੇ ਗਏ। ਇਹ ਡਿਪਾਰਟਮੈਂਟ ਆਫ ਪਬਲਿਕ ਐਡਮਿਨਿਸਟ੍ਰੇਸ਼ਨ ਗਵਰਨਮੈਂਟ ਮਹਿੰਦਰਾ ਕਾਲਜ ਤੇ ਪੰਜਾਬ ਪੋਲਿਊਸ਼ਨ ਕੰਟਰੋਲ ਬੋਰਡ ਪਟਿਆਲਾ ਉਹਨਾਂ ਦਾ ਰੀਜਨਲ ਆਫਿਸ ਹੈ ਜਿਹੜਾ ਉਹਦੇ ਨਾਲ ਕੋਲੈਬੋਰੇਟ ਕਰਕੇ ਹੋ ਰਿਹਾ ਜੀ। ਸਾਡੇ ਪ੍ਰਿੰਸੀਪਲ ਪ੍ਰੋਫੈਸਰ ਡਾਕਟਰ ਸਿਮਰਤ ਕੌਰ ਦੀ ਅਗਵਾਈ ਹੇਠ ਤੇ ਰੀਜਨਲ ਆਫਿਸ ਦੇ ਵਿੱਚ ਐਨਵਾਇਰਮੈਂਟਲ ਇੰਜੀਨੀਅਰ ਸ਼੍ਰੀ ਨਵਤੇਜ ਸਿੰਗਲਾ ਜੀ ਨੇ ਤੇ ਸੀਨੀਅਰ ਐਨਵਾਇਰਮੈਂਟਲ ਇੰਜੀਨੀਅਰ ਸ਼੍ਰੀ ਪਰਮਜੀਤ ਸਿੰਘ ਜੀ ਨੇ, ਉਹਨਾਂ ਦੇ ਅਗਵਾਈ ਦੇ ਹੇਠ ਇਹ ਜਿਹੜਾ ਹੈਗਾ ਅਸੀਂ ਪ੍ਰੋਗਰਾਮ ਅੱਜ ਆਰਗੇਨਾਈਜ਼ ਕਰ ਰਹੇ ਹੈਗੇ ਹਾਂ। ਇਹਦੇ ਨਾਲ ਹੀ ਇਹ 2 ਦਿਨਾਂ ਦਾ ਪ੍ਰੋਗਰਾਮ ਹੈ ਜੀ, ਜੋ ਐਨਵਾਇਰਨਮੈਂਟ ਡੇ 2022 ਨੂੰ ਸੈਲੀਬ੍ਰੇਟ ਕਰਨ ਦੇ ਲਈ ਮਨਾਇਆ ਜਾ ਰਿਹਾ। ਇਹਦੇ ਵਿੱਚ 4 ਤਰ੍ਹਾਂ ਦੀਆਂ ਐਕਟੀਵਿਟੀਜ਼ ਨੇ ਜੀ, ਗਤੀਵਿਧੀਆਂ ਜਿਹੜੀਆਂ ਅਸੀਂ ਆਰਗੇਨਾਈਜ਼ ਕੀਤੀਆਂ ਨੇ। ਅੱਜ ਤੁਸੀਂ ਇਹ ਸਲੋਗਨ ਰਾਈਟਿੰਗ ਤੇ ਪੋਸਟਰ ਮੇਕਿੰਗ ਕੰਪੀਟੀਸ਼ਨ ਤਾਂ ਤੁਸੀਂ ਦੇਖ ਹੀ ਰਹੇ ਹੋ। ਕੱਲ੍ਹ ਸਵੇਰੇ ਅਸੀਂ ਅਵੇਅਰਨੈਸ ਰੈਲੀ ਆਰਗੇਨਾਈਜ਼ ਕੀਤੀ ਹੈ। ਅਵੇਅਰਨੈਸ ਰੈਲੀ ਦਾ ਮੁੱਖ ਤੌਰ 'ਤੇ ਮੰਤਵ ਇਹੀ ਹੈਗਾ ਕਿ ਵਾਤਾਵਰਣ ਦੇ ਨਾਲ ਜੁੜੀਆਂ ਹੋਈਆਂ ਜਿਹੜੀਆਂ ਸਮੱਸਿਆਵਾਂ ਨੇ ਉਹਨਾਂ ਨੂੰ ਅਸੀਂ ਉਜਾਗਰ ਕਰ ਸਕੀਏ, ਜਾਂ ਜੋ ਮੈਸੇजेस ਅੱਜ ਬੱਚਿਆਂ ਨੇ ਆਪਣੇ ਪੋਸਟਰਸ ਰਾਹੀਂ ਸਲੋਗਨਸ ਰਾਹੀਂ ਦਿੱਤੇ ਨੇ ਤੇ ਪੰਜਾਬ ਪੋਲਿਊਸ਼ਨ ਕੰਟਰੋਲ ਬੋਰਡ ਦਾ ਜਿਹੜਾ ਮੋਟੋ ਹੈਗਾ, ਜਿਹੜੇ ਆਬਜੈਕਟਿਵਸ ਨੇ ਉਹਨਾਂ ਨੂੰ ਹਾਈਲਾਈਟ ਅਸੀਂ ਕਰ ਸਕੀਏ, ਆਮ ਲੋਕਾਂ ਦੇ ਵਿੱਚ ਉਹਨਾਂ ਨੂੰ ਲੈ ਕੇ ਜਾ ਸਕੀਏ। ਉਸ ਤੋਂ ਬਾਅਦ ਫਿਰ ਕੱਲ੍ਹ ਨੂੰ ਅਸੀਂ ਇੱਕ ਛੋਟਾ ਸੈਮੀਨਾਰ ਜਿਹੜਾ ਹੈਗਾ ਐਨਵਾਇਰਨਮੈਂਟਲ ਸਸਟੇਨੇਬਿਲਿਟੀ ਐਂਡ ਇਟਸ ਚੈਲੰਜਸ ਇਨ ਪੰਜਾਬ, ਉਹਦੇ ਕੰਟੈਕਸਟ ਦੇ ਵਿੱਚ ਸੰਦਰਭ ਦੇ ਵਿੱਚ ਅਸੀਂ ਆਰਗੇਨਾਈਜ਼ ਕਰ ਰਹੇ ਹਾਂ। ਇਹਨਾਂ 2 ਦਿਨਾਂ ਦੇ ਪ੍ਰੋਗਰਾਮਸ ਦੇ ਥਰੂ ਜਾਂ ਅਲੱਗ-ਅਲੱਗ ਐਕਟੀਵਿਟੀਜ਼ ਦੇ ਥਰੂ ਡਿਪਾਰਟਮੈਂਟ ਆਫ ਪਬਲਿਕ ਐਡਮਿਨਿਸਟ੍ਰੇਸ਼ਨ ਗਵਰਨਮੈਂਟ ਮਹਿੰਦਰਾ ਕਾਲਜ ਪਟਿਆਲਾ ਦਾ, ਪੰਜਾਬ ਪੋਲਿਊਸ਼ਨ ਕੰਟਰੋਲ ਬੋਰਡ ਦੇ ਰੀਜਨਲ ਆਫਿਸ ਪਟਿਆਲਾ ਦਾ ਤੇ ਕਾਲਜ ਦੇ IQAC ਸੈੱਲ ਦਾ, ਇੰਟਰਨਲ ਕੁਆਲਿਟੀ ਅਸ਼ੋਰੈਂਸ ਸੈੱਲ ਦਾ ਇੱਕ ਪਿੱਛੇ ਮਕਸਦ ਇਹੀ ਸੀਗਾ ਕਿ ਜਿਹੜਾ 2022 ਦਾ ਵਰਲਡ ਐਨਵਾਇਰਨਮੈਂਟ ਡੇ ਸੈਲੀਬ੍ਰੇਟ ਕੀਤਾ ਜਾ ਰਿਹਾ, ਹਾਲਾਂਕਿ ਜੂਨ 5 ਨੂੰ ਕੀਤਾ ਜਾ ਰਿਹਾ, ਪਰ ਅਸੀਂ ਉਸ ਤੋਂ ਪਹਿਲਾਂ ਹੀ ਇਸ ਦੇ ਉੱਪਰ ਜਿਹੜੀ ਗੱਲਬਾਤ ਹੈ ਉਹ ਸ਼ੁਰੂ ਕਰ ਸਕੀਏ, ਤਾਂ ਕਿ ਉਹਨਾਂ ਸਮੱਸਿਆਵਾਂ ਨੂੰ ਨਾ ਸਿਰਫ ਅੱਜ ਦੀ ਜਾਂ ਆਉਣ ਵਾਲੀ ਜਿਹੜੀ ਪੀੜ੍ਹੀ ਹੈਗੀ ਆ ਜਾਂ ਜਿਹੜੀ ਅੱਜ ਦੀ ਪੀੜ੍ਹੀ ਹੈਗੀ ਆ ਉਹਦੇ ਵਿੱਚ ਵਿਚਾਰ ਸਕੀਏ, ਬਲਕਿ ਉਹਨੂੰ ਮੇਨ ਸਟ੍ਰੀਮ ਦੇ ਵਿੱਚ ਵੀ ਲੈ ਕੇ ਆ ਸਕੀਏ। ਤਾਂ ਇਹੀ ਮਕਸਦ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਅਸੀਂ ਅਲੱਗ-ਅਲੱਗ ਐਕਟੀਵਿਟੀਜ਼ ਪਲਾਨ ਕੀਤੀਆਂ ਤਾਂ ਕਿ ਵਰਲਡ ਐਨਵਾਇਰਨਮੈਂਟ ਡੇ 2022 ਜਿਹੜਾ ਹੈਗਾ ਉਹ ਸੈਲੀਬ੍ਰੇਟ ਕੀਤਾ ਜਾਵੇ। ਇਹ ਸਾਰੀਆਂ ਜਿਹੜੀਆਂ ਐਕਟੀਵਿਟੀਜ਼ ਨੇ ਉਹਨਾਂ ਦਾ ਇੱਕ ਥੀਮ ਵੀ ਰੱਖਿਆ ਗਿਆ ਹੈ। ਹਰ ਸਾਲ ਵਰਲਡ ਐਨਵਾਇਰਨਮੈਂਟ ਡੇ 'ਤੇ ਯੂਨਾਈਟਿਡ ਨੇਸ਼ਨ ਐਨਵਾਇਰਨਮੈਂਟਲ ਜਿਹੜਾ ਪ੍ਰੋਗਰਾਮ ਹੈਗਾ ਉਹ ਥੀਮ ਆਪਣਾ ਦੱਸਦਾ ਹੈਗਾ। ਜਿਵੇਂ ਇਸ ਵਾਰ ਹੈਗਾ ਓਨਲੀ ਵਨ ਅਰਥ ਹੈਗਾ ਜੀ, ਉਹਦਾ ਫੋਕਸ ਏਰੀਆ ਡਿਸਾਈਡ ਕੀਤਾ ਗਿਆ ਵੀ ਆਪਾਂ ਨੂੰ ਐਨਵਾਇਰਨਮੈਂਟ ਦੀ ਸਸਟੇਨੇਬਿਲਿਟੀ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਨੇਚਰ ਦੇ ਨਾਲ ਕਿਵੇਂ ਹਾਰਮਨੀ ਦੇ ਵਿੱਚ ਰਹਿਣਾ ਚਾਹੀਦਾ ਹੈ। ਜਿਵੇਂ ਉਹਦਾ ਫੋਕਸ ਏਰੀਆ ਜਿਹੜਾ ਹੈਗਾ ਉਹ ਲਿਵਿੰਗ ਸਸਟੇਨੇਬਲੀ ਇਨ ਹਾਰਮਨੀ ਵਿਦ ਨੇਚਰ, ਇਹ ਉਹਦਾ ਫੋਕਸ ਏਰੀਆ ਹੈਗਾ। ਤਾਂ ਅਸੀਂ ਬੱਚਿਆਂ ਨੂੰ ਉਹਨਾਂ ਥੀਮਸ ਦੇ ਉੱਪਰ ਹੀ ਆਪਣੇ ਸਲੋਗਨ ਲਿਖਣ ਲਈ, ਆਪਣੇ ਪੋਸਟਰ ਬਣਾਉਣ ਦੇ ਲਈ ਤੇ ਕੱਲ੍ਹ ਨੂੰ ਰੈਲੀ ਦੇ ਵਿੱਚ ਹੀ ਉਹਨਾਂ ਦੇ ਥਰੂ ਹੀ ਗੱਲਬਾਤ ਸਮਾਜ ਦੇ ਵਿੱਚ ਲੈ ਕੇ ਆਉਣ ਦੇ ਲਈ ਅਸੀਂ ਉਜਾਗਰ ਕੀਤਾ, ਅਸੀਂ ਮੋਟੀਵੇਟ ਕੀਤਾ, ਪ੍ਰੇਰਿਤ ਕੀਤਾ। ਤੇ ਇਸੇ ਕੰਟੈਕਸਟ 'ਤੇ ਸਾਡੇ ਜਿਹੜੇ ਕੱਲ੍ਹ ਦੇ ਬੁਲਾਰੇ ਨੇ ਉਹ ਵੀ ਆਪਣੀ ਗੱਲਬਾਤ ਰੱਖਣਗੇ। ਉਹਦੇ ਵਿੱਚ ਪੰਜਾਬ ਪੋਲਿਊਸ਼ਨ ਕੰਟਰੋਲ ਬੋਰਡ ਵੱਲੋਂ ਵੀ ਪਾਰਟਿਸਿਪੇਸ਼ਨ ਹੋਏਗੀ, ਸਵੇਰੇ ਦੀ ਅਵੇਅਰਨੈਸ ਰੈਲੀ ਦੇ ਵਿੱਚ ਵੀ ਹੋਏਗੀ ਤੇ ਜਿਹੜਾ ਉਸ ਤੋਂ ਬਾਅਦ ਸੈਮੀਨਾਰ ਹੈਗਾ ਉਹਦੇ ਵਿੱਚ ਵੀ ਉਹਨਾਂ ਦੀ ਮਹੱਤਵਪੂਰਨ ਭੂਮਿਕਾ ਰਹੇਗੀ। ਸਰ, ਲਗਭਗ ਅੱਜ 100 ਤੋਂ ਵੱਧ ਸਟੂਡੈਂਟਸ ਨੇ ਪਾਰਟਿਸਿਪੇਟ ਕੀਤਾ ਇਹਦੇ ਵਿੱਚ। ਬਾਕੀ ਤੁਸੀਂ ਦੇਖ ਹੀ ਲਿਆ ਉਤਸ਼ਾਹ ਤਾਂ ਕਾਫੀ, ਜਾਣੀ ਕਿ ਡੈਡੀਕੇਸ਼ਨ ਨਾਲ ਬੱਚਿਆਂ ਨੇ ਵਰਕ ਕੀਤਾ, ਪੋਸਟਰ ਮੇਕਿੰਗ 'ਤੇ ਵਰਕ ਕੀਤਾ, ਸਲੋਗਨ ਰਾਈਟਿੰਗ 'ਤੇ ਕੀਤਾ। ਤੇ ਬਾਕੀ ਜੋ ਕੱਲ੍ਹ ਨੂੰ ਹੈ ਜੀ ਉਹਦੇ 'ਚ ਲਗਭਗ 200 ਦੀ ਗੈਦਰਿੰਗ ਦਾ ਅਸੀਂ ਸੋਚ ਰਹੇ ਹਾਂ, ਰੈਲੀ ਤੇ ਉਹ ਤੋਂ ਬਾਅਦ 'ਚ ਜਿਹੜਾ ਸੈਮੀਨਾਰ ਹੋਣਾ। ਤੇ ਪੋਲਿਊਸ਼ਨ ਕੰਟਰੋਲ ਬੋਰਡ ਦੇ ਸਹਿਯੋਗ ਨਾਲ ਜਾਣੀ ਕਿ ਸਾਨੂੰ ਲੱਗ ਰਿਹਾ ਵੀ ਬਹੁਤ ਵਧੀਆ ਸਾਡਾ ਜਿਹੜਾ ਇੱਕ ਸਕਸੈਸ ਹੋਏਗਾ ਫੰਕਸ਼ਨ ਇਹ ਜਿਹੜਾ ਹੈਗਾ। ਰੈਲੀ ਮੈਮ ਕਾਲਜ ਤੋਂ ਸ਼ੁਰੂ ਹੋ ਕੇ ਬਾਜ਼ਾਰ 'ਚ ਲੈ ਕੇ ਜਾਣੀ ਆ ਤੇ ਦੁਬਾਰਾ ਨਹੀਂ, ਮੇਨ ਕਾਲਜ ਦਾ ਹੀ ਹੈ ਜੀ, ਪੋਲਿਊਸ਼ਨ ਕੰਟਰੋਲ ਬੋਰਡ ਦਾ। ਤੇ ਸਟੂਡੈਂਟਸ ਤਾਂ ਹੈਗੇ ਨੇ, ਸਟੂਡੈਂਟਸ ਦੇ NCC ਯੂਨਿਟਸ, NSS ਦੇ ਸਟੂਡੈਂਟਸ, ਬਾਕੀ ਸਾਡੇ ਡਿਪਾਰਟਮੈਂਟਸ ਦੇ ਤੇ ਮੇਨਲੀ ਪਬਲਿਕ ਐਡਮਿਨਿਸਟ੍ਰੇਸ਼ਨ ਦੇ ਸਟੂਡੈਂਟਸ ਹੋਣਗੇ ਜੀ। ਤੇ ਬਾਕੀ ਕਾਲਜ ਦਾ ਕੋਈ ਵੀ ਬੱਚਾ ਜਿਹੜਾ ਪਾਰਟਿਸਿਪੇਟ ਕਰ ਸਕਦਾ। ਸੁਬਾਹ 8:45 ਦਾ ਟਾਈਮ ਰੱਖਿਆ ਜੀ ਰੈਲੀ ਦਾ, ਤੇ ਉਸ ਤੋਂ ਬਾਅਦ 'ਚ ਰੈਲੀ ਕੰਪਲੀਟ ਹੋਣ ਤੋਂ ਬਾਅਦ 'ਚ ਜਿਹੜਾ ਸਭਾ ਭਵਨ ਦੇ ਵਿੱਚ ਸੈਮੀਨਾਰ ਹੋਏਗਾ। ਅੱਜ ਅਸੀਂ ਇਨਵਾਇਰਨਮੈਂਟ ਡੇ ਦੇ ਬਿਹਾਫ 'ਤੇ ਪੋਸਟਰ ਮੇਕਿੰਗ ਕੰਪੀਟੀਸ਼ਨ ਵਿੱਚ ਪਾਰਟਿਸਿਪੇਸ਼ਨ ਕੀਤੀ ਹੈ। ਤੁਸੀਂ ਇਹਦੇ 'ਚ ਕੀ ਦਰਸਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਇਹ ਹੈ ਕਿ ਜ਼ਿਆਦਾ ਤੋਂ ਜ਼ਿਆਦਾ ਰੁੱਖ ਲਗਾਓ। ਆਪਣੀ ਜਗ੍ਹਾ ਪਿੱਛੇ ਦਿਖਾਓ ਕਿ ਤੁਸੀਂ ਬਣਾਈ ਹੈ, ਕੀ ਇਹਦੇ 'ਚ ਦਿਖਾਇਆ ਤੁਸੀਂ ਮੇਨ
ਕਿ ਜਿਵੇਂ ਰੁੱਖ ਸੁੱਕ ਰਹੇ ਨੇ, ਧਰਤੀ ਮਾਂ ਮਰ ਰਹੀ ਹੈ, ਜ਼ਿਆਦਾ ਤੋਂ ਜ਼ਿਆਦਾ ਰੁੱਖ ਲਗਾਓ, ਉਪਜਾਊ ਧਰਤੀ ਬਣਾਓ। ਹਾਲ ਜੀ ਸਾਰਿਆਂ ਨੂੰ, ਮੈਂ ਹਰਨੂਰ ਸਿੰਘ BSc ਐਗਰੀਕਲਚਰ ਡਿਪਾਰਟਮੈਂਟ ਤੋਂ। ਇਹਦੇ ਵਿੱਚ ਆਪਾਂ ਸਸਟੇਨੇਬਲ ਡਿਵੈਲਪਮੈਂਟ ਦਿਖਾਇਆ, ਜਿਹਦੇ ਵਿੱਚ ਆਪਾਂ ਦੇਖ ਰਹੇ ਹਾਂ ਫੋਟੋ ਦੇ ਵਿੱਚ ਜਿਵੇਂ ਕਿ ਜ਼ਾਹਿਰ ਹੈ ਵੀ ਜਿਹੜਾ ਪੋਲਿਊਸ਼ਨ ਕੌਜ਼ਿੰਗ ਜਿਹੜਾ ਸਾਰਾ ਇਨਵਾਇਰਨਮੈਂਟ ਹੈ ਉਹ ਵਸ਼ ਵਿੱਚ ਕਰ ਰਿਹਾ ਹੈ ਸਾਰੇ ਗ੍ਰੀਨ ਇਨਵਾਇਰਨਮੈਂਟ ਨੂੰ। ਤਾਂ ਕਰਕੇ ਇਸ ਨੇ ਇਹਦਾ ਹੱਥ ਠੋਡੀ 'ਤੇ ਰੱਖਿਆ ਕਿਉਂਕਿ ਇਹਨੂੰ ਵਸ਼ ਵਿੱਚ ਕਰ ਰਿਹਾ। ਇਹਦੇ ਵਿੱਚ ਕੀ ਚੀਜ਼ ਵਸ਼ ਵਿੱਚ ਹੋ ਰਹੀ ਹੈ ਉਹ ਸਾਰੀਆਂ ਚੀਜ਼ਾਂ ਇੱਥੇ ਲਿਸਟਡ ਕੀਤੀਆਂ ਹੋਈਆਂ ਨੇ। ਆਰਗੈਨਿਕ ਫਾਰਮਿੰਗ, ਏਫੋਰੈਸਟੇਸ਼ਨ, ਵਾਈਲਡ ਲਾਈਫ ਪ੍ਰੋਟੈਕਸ਼ਨ, ਐਂਟੀ ਪੋਲਿਊਟੈਂਟਸ, ਐਂਟੀ ਟੌਕਸਿਕਸ, ਕ੍ਰੌਪ ਰੋਟੇਸ਼ਨ, ਰੀਸਾਈਕਲਿੰਗ, ਬਾਇਓਗੈਸ ਐਂਡ ਹੈਲਥ। ਮੇਨ ਜਿਹੜੀ ਆ ਉਹ ਹੈਲਥ ਹੈ। ਜੇ ਇਹਦੇ ਵਿੱਚ ਜਿਹੜੀਆਂ ਚੀਜ਼ਾਂ ਆਪਾਂ ਪਹਿਲਾਂ ਵਰਤੇ ਹੁੰਦੇ ਸੀ, ਆਯੁਰਵੈਦਿਕ ਵਰਤੇ ਹੁੰਦੇ ਸੀ A to Z, ਇੱਥੇ ਸਾਰਾ ਕੁਝ ਐਂਟੀ ਟੌਕਸਿਕਸ ਆ ਗਿਆ। ਇਸ ਕਰਕੇ ਇਹ ਚੀਜ਼ ਇਹ 'ਤੇ ਹਾਵੀ ਹੋ ਰਹੀ ਹੈ, ਉਹੀ ਚੀਜ਼ ਇਹਨੂੰ ਦਰਸਾਈ ਗਈ ਹੈ, ਜਿਹਦਾ ਇੱਕ ਗਹਿਰਾ ਸੰਬੰਧ ਹੈ ਇਹ ਸਾਰੀਆਂ ਚੀਜ਼ਾਂ ਨਾਲ। ਸਭ ਤੋਂ ਮੇਜਰ ਕੌਜ਼ਿਸ ਚੀਜ਼ਾਂ ਇਹੀ ਨੇ, ਇਹਨਾਂ ਨੂੰ ਇਹ ਵਸ਼ ਵਿੱਚ ਕਰ ਰਿਹਾ। ਸਰ ਮੈਂ ਇਹ ਦੱਸਣਾ ਚਾਹੁੰਦੀ ਹਾਂ ਕਿ ਵੀ ਆਪਣੇ ਇਨਵਾਇਰਨਮੈਂਟ ਨੂੰ ਸੇਵ ਕਰਨਾ ਚਾਹੀਦਾ ਹੈ, ਜਿੰਨੇ ਹੋ ਸਕੇ ਪੇੜ ਲਗਾਉਣੇ ਚਾਹੀਦੇ ਨੇ। ਪੇੜ ਕੱਟ ਕਰਦੇ ਹਾਂ ਅਤੇ ਨਾਲ ਦੇ ਨਾਲ ਲਗਾਉਣੇ ਵੀ ਚਾਹੀਦੇ ਨੇ, ਜਿਸ ਕਰਕੇ ਆਪਣੀ ਧਰਤੀ ਸੇਫ ਰਹੀ ਜਾਵੇ। ਇਸ ਰਾਹੀਂ ਬਸ ਆਹੀ ਸੰਦੇਸ਼ ਦੇਣਾ ਚਾਹੁੰਦੀ ਮੈਂ BA ਫਾਈਨਲ ਈਅਰ ਦੀ ਸਟੂਡੈਂਟ ਹਾਂ ਅਤੇ ਮੈਨੇ ਇਹ ਸੇਵ ਇਨਵਾਇਰਨਮੈਂਟ ਦਾ ਪੋਸਟਰ ਬਣਾਇਆ ਹੈ। ਆਪਾਂ ਨੂੰ ਇਨਵਾਇਰਨਮੈਂਟ ਨੂੰ ਸੇਵ ਰੱਖਣਾ ਚਾਹੀਦਾ ਹੈ। ਜਿੰਨੇ ਆਪਾਂ ਮਤਲਬ ਪੇੜ ਨੂੰ ਪਾਣੀ ਦੇਵਾਂਗੇ ਤਾਂ ਉਨੇ ਰੁੱਖਾਂ ਨੂੰ ਵੀ ਉਹ ਹੋਏਗੀ, ਅਤੇ ਜਿੰਨੇ ਕੱਟਾਂਗੇ ਰੁੱਖ ਉਹਨੇ ਲਗਾਉਣੇ ਚਾਹੀਦੇ। ਮੈਸੇਜ ਇਹ ਹੈ ਸੇਵ ਇਨਵਾਇਰਨਮੈਂਟ ਤੇ ਸੇਵ ਵਾਈਲਡ ਲਾਈਫ ਦਾ ਨੀਚੇ ਨੇਚਰ ਦਾ ਦਿਖਾਇਆ। ਨੀਚੇ ਲਿਖਿਆ ਹੋਇਆ ਹੈ ਡੋਂਟ ਲਿਵ ਬਾਈ ਯੋਰ ਰੂਲਸ ਬਟ ਇਨ ਹਾਰਮਨੀ ਵਿਦ ਨੇਚਰ। ਐਂਡ ਅਸੀਂ ਇੱਧਰ ਦਿਖਾਇਆ ਹੋਇਆ ਹੈ ਕਿ ਆਪਣੀ ਅਰਥ ਕਿਵੇਂ ਗੰਦਗੀ ਨਾਲ ਆਪਾਂ ਕਿੰਨਾ ਗੰਦ ਸੁੱਟਦੇ ਹਾਂ। ਫਿਰ ਇਹ ਮੈਸੇਜ ਦਿੱਤਾ ਗੋ ਗ੍ਰੀਨ ਦਾ। ਐਂਡ ਉੱਪਰ ਲਿਖਿਆ ਹੋਇਆ ਸ਼ੇਕ ਹੈਂਡ ਵਿਦ ਨੇਚਰ, ਵੀ ਬੋਥ ਨੀਡ ਈਚ ਅਦਰ। ਸਾਨੂੰ ਇੱਕ ਦੂਜੇ ਦੀ ਜ਼ਰੂਰਤ ਹੈ ਅਤੇ ਇੱਕ ਦੂਜੇ ਨਾਲ ਬੈਲੈਂਸ ਬਣਾ ਕੇ ਚੱਲੋ। ਐਂਡ ਇੱਧਰ ਇਹ ਸਾਰੀ ਗ੍ਰੀਨ ਸਿਟੀ ਸ਼ੋਅ ਕੀਤੀ ਹੋਈ ਹੈ। ਐਂਡ ਇਹਦੇ ਵਿੱਚ ਇਹ ਕਲੀਨ ਕਰ ਰਿਹਾ, ਜਿਵੇਂ ਅਰਥ ਨੂੰ ਅਸੀਂ ਕਲੀਨ ਕਰਦੇ ਹਾਂ, ਇਹਦੇ ਵਿੱਚ ਇਹ ਵਾਟਰ ਦੇ ਰਿਹਾ ਪਲਾਂਟਸ ਨੂੰ। ਬਸ। ਤੁਸੀਂ ਸਟੂਡੈਂਟ ਹੋ ਫਾਈਨ ਆਰਟਸ ਦੇ ਜਾਂ ਨਹੀਂ ਸਰ, ਆਈ ਐਮ ਨਾਟ ਅ ਸਟੂਡੈਂਟ ਆਫ ਫਾਈਨ ਆਰਟਸ, ਆਈ ਐਮ ਡੂਇੰਗ PGDCA। ਯੈਸ। ਇਹ ਕਿਸ ਦਾ ਪੈਸ਼ਨ ਹੈ ਤੁਹਾਡਾ? ਬਹੁਤ ਅੱਛੀ ਤੁਸੀਂ ਬਣਾਈ ਔਰ ਮੈਸੇਜ ਬਹੁਤ ਅੱਛਾ ਹੈ। ਹਾਂਜੀ ਹਾਊ ਯੂ ਥਿੰਕ ਅਬਾਊਟ ਦਿਸ? ਸਰ ਮੇਰੀ ਹੌਬੀ ਹੈ ਪੇਂਟਿੰਗ ਕਰਨਾ। ਜੀ ਧਰਤੀ ਦੀ ਚਾਹੁੰਦੇ ਹੋ ਰੱਖਿਆ, ਵਾਤਾਵਰਨ ਦੀ ਕਰੋ ਸੁਰੱਖਿਆ। ਮੈਨੂੰ ਹੈ ਤੇ ਤੁਸੀਂ ਜਿਹੜੀ ਪੇਂਟਿੰਗ ਕੀਤੀ ਤੁਸੀਂ ਕੀ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਕੀ ਮੈਸੇਜ ਕੀ ਹੈ? ਜਿਹੜੇ ਮੈਂ ਇਸ ਵਿੱਚ ਇਹ ਦੱਸਿਆ ਵੀ ਜਿਹੜੇ ਆਪਾਂ ਲੋਕ ਪੇੜ ਕੱਟਦੇ ਜਾ ਰਹੇ ਹੈ ਅਤੇ ਲਗਾ ਨਹੀਂ ਰਹੇ, ਜਿਸ ਕਾਰਨ ਸੂਰਜ ਦੀਆਂ ਕਿਰਨਾਂ ਸਾਡੇ ਚਿਹਰੇ 'ਤੇ ਪ੍ਰਭਾਵ ਪਾਉਂਦੀਆਂ ਨੇ। ਇਸ ਲਈ ਸਾਨੂੰ ਵੱਧ ਤੋਂ ਵੱਧ ਪੇੜ ਲਗਾਉਣਾ ਚਾਹੀਦਾ, ਜਿਸ ਕਾਰਨ ਜੋ ਆਉਣ ਵਾਲੀਆਂ ਕਿਰਨਾਂ ਦਾ ਸਾਹਮਣਾ ਕਰੋ, ਜਿਸ ਕਾਰਨ ਬਿਮਾਰੀਆਂ ਤੋਂ ਅਸੀਂ ਬਚ ਸਕੀਏ। ਬੱਚਿਆਂ ਦੀ ਕਲਾ ਕਿੰਨੀ ਕੁ ਬੱਚਿਆਂ ਦੇ ਉੱਤੇ ਮੈਸੇਜ ਦੇਣ ਦੀ ਕੋਸ਼ਿਸ਼ ਕੀਤੀ, ਸਫਲ ਹੋਏ ਨੇ ਬੱਚੇ? ਡੈਫੀਨੇਟਲੀ ਜਿਹੜੀ ਇਹਨਾਂ ਦੀ ਕਰੰਟ ਥੀਮ ਹੈ ਲਿਵਿੰਗ ਸਸਟੇਨੇਬਲੀ ਹੈ ਨਾ, ਇਨ ਹਾਰਮਨੀ ਵਿਦ ਦਾ ਨੇਚਰ, ਬੱਚਿਆਂ ਨੇ ਇਸ ਥੀਮ ਨੂੰ ਸਮਝਿਆ ਹੈ ਨਾ, ਔਰ ਸਮਝ ਕੇ ਇਹਨਾਂ ਨੇ ਉਸ ਨੂੰ ਕਾਗਜ਼ 'ਤੇ ਡਰਾ ਕਰਨ ਦੀ ਕੋਸ਼ਿਸ਼ ਕੀਤੀ ਹੈ ਅਤੇ ਉਹਨਾਂ ਦੀ ਕ੍ਰੀਏਟੀਵਿਟੀ ਵੀ ਬਾਹਰ ਆਈ ਹੈ। ਅਤੇ ਡੈਫੀਨੇਟਲੀ ਬੱਚੇ ਬਹੁਤ ਕੁਝ ਲਰਨ ਕਰਦੇ ਹੈ ਨਾ ਇਹਨਾਂ ਕੰਪੀਟੀਸ਼ਨਸ 'ਚੋਂ। ਸੋ ਦੈਟ ਇਜ਼ ਅ ਵੈਰੀ ਗੁੱਡ ਮੂਵ ਬਾਈ ਡਿਪਾਰਟਮੈਂਟ ਆਫ ਪਬਲਿਕ ਐਡਮਿਨਿਸਟ੍ਰੇਸ਼ਨ ਐਂਡ IQAC ਇਨ ਕੋਲੈਬੋਰੇਸ਼ਨ ਵਿਦ ਦਾ ਪੋਲਿਊਸ਼ਨ ਕੰਟਰੋਲ ਬੋਰਡ। ਡੈਫੀਨੇਟਲੀ ਬੱਚੇ ਅਵੇਅਰ ਹੈਗੇ, ਤਾਂ ਹੀ ਬੱਚਿਆਂ ਨੇ ਇੰਨੇ ਅੱਛੇ ਕ੍ਰੀਏਟਿਵ ਪੋਸਟਰਸ ਬਣਾਏ ਹੈ ਨਾ। ਉਹਨਾਂ ਨੂੰ ਇਹ ਪਤਾ ਲੱਗ ਰਿਹਾ ਕਿ ਵੀ ਆਪਾਂ ਨੇਚਰ ਨਾਲ ਇਨ ਹਾਰਮਨੀ ਕਿਵੇਂ ਰਹਿਣਾ, ਕਿਵੇਂ ਨੇਚਰ ਨਾਲ ਬੈਲੈਂਸ ਬਣਾ ਕੇ ਆਪਾਂ ਰੱਖਣਾ ਹੈ ਨਾ। ਸੋ ਦੈਟ ਜਿਹੜਾ ਡਿਵੈਲਪਮੈਂਟ ਹੈ, ਸਸਟੇਨੇਬਲ ਡਿਵੈਲਪਮੈਂਟ ਤੋਂ ਮਤਲਬ ਹੈਗਾ ਕਿ ਵੀ ਲੌਂਗ ਟਰਮ ਹਿਊਮਨ ਬੀਇੰਗਸ ਅਤੇ ਨੇਚਰ ਇਨ ਕੋਲੈਬੋਰੇਸ਼ਨ ਰਹਿਣ ਹੈ ਨਾ। ਸੋ ਮੈਨੂੰ ਲੱਗਦਾ ਮੈਂ ਜਿੰਨੇ ਪੋਸਟਰਸ ਦੇਖੇ ਆ ਫਿਲਹਾਲ ਕਿ ਵੀ ਬੱਚਿਆਂ ਨੂੰ ਇਹ ਆਈਡੀਆ ਬਹੁਤ ਸਮਝ ਆਇਆ ਹੈ ਨਾ। ਹਰੇਕ ਨੇ ਦੱਸਣ ਦੀ ਕੋਸ਼ਿਸ਼ ਕੀਤੀ ਹੈ ਆਪਣੇ ਪੋਸਟਰਸ ਦੇ ਵਿੱਚ ਕਿ ਵੀ ਆਪਾਂ ਨੇਚਰ ਨੂੰ ਕਿਵੇਂ ਸੇਵ ਕਰਨਾ ਹੈ ਨਾ। ਉਹਨਾਂ ਦੇ ਆਪਣੇ ਆਈਡੀਆਜ਼ ਹੈਗੇ ਆ ਅਤੇ ਇਟਸ ਅ ਨਾਈਸ ਬਿਊਟੀਫੁਲ ਮੂਵ। ਕਿੰਨਾ ਕੁ ਇੰਪੈਕਟ ਰਹਿੰਦਾ ਦੇ ਲਰਨ ਫਰੋਮ ਥੀਸ ਥਿੰਗਸ ਔਰ ਫਿਊਚਰ ਨੂੰ ਯਾਦ ਰੱਖਦੇ ਨਾ, ਕੰਪੀਟੀਸ਼ਨ ਤੱਕ ਹੀ ਖਤਮ ਹੋ ਜਾਂਦੀ ਹੈ? ਨਹੀਂ ਸਰ, ਇੰਪੈਕਟ ਜ਼ਰੂਰ ਰਹਿੰਦਾ ਹੈ ਜੀ। ਇਹ ਸਿਰਫ ਇੱਥੇ ਹੀ ਨਹੀਂ ਖਤਮ ਹੁੰਦਾ, ਅਸੀਂ ਪ੍ਰੈਕਟੀਕਲੀ ਵੀ ਇਹਨਾਂ ਤੋਂ ਕਰਵਾਉਂਦੇ ਹਾਂ। ਹਾਲੇ ਪਿੱਛੇ ਜੇ ਅਸੀਂ ਪਲਾਂਟੇਸ਼ਨ ਕਰਵਾਈ ਹੈ ਇਹਨਾਂ ਤੋਂ, ਬੱਚਿਆਂ ਨੇ ਖੁਦ ਆਪਣੇ ਹੱਥ ਨਾਲ ਪੌਟਸ ਵੀ ਬਣਾਏ ਅਤੇ ਪਲਾਂਟਸ ਵੀ ਲੈ ਕੇ ਆਏ। ਅਤੇ ਜਦੋਂ ਆਪਾਂ ਉਹ ਕੰਪੀਟੀਸ਼ਨ ਨਿਕਲ ਜਾਂਦਾ ਫਿਰ ਬੱਚੇ ਨੂੰ ਅਸੀਂ ਇਹੀ ਵੀ ਡਿਊਟੀ ਦਿੱਤੀ ਜਾਂਦੀ ਹੈ ਕਿ ਜਿੱਥੇ ਉਹ ਪਲਾਂਟ ਲਗਾਇਆ ਹੈ ਉਹਨੇ ਐਟਲੀਸਟ 3 ਸਾਲ ਤੱਕ ਉਹਦਾ ਧਿਆਨ ਵੀ ਰੱਖਣਾ ਹੈ ਜੀ। ਇਹ ਅੱਗੇ ਨਾਲ ਚੱਲਦਾ ਹੈ ਬੱਚਿਆਂ ਦੇ, ਇਹ ਨਹੀਂ ਹੈ ਕੰਪੀਟੀਸ਼ਨ ਦਾ। ਜੇ ਮਤਲਬ ਸਿਰਫ ਕੰਪੀਟੀਸ਼ਨ ਜਾਂ ਸਰਟੀਫਿਕੇਟ ਹੁੰਦਾ ਫਿਰ ਤਾਂ ਕਾਲਜ ਨੂੰ ਵੀ ਇੰਨਾ ਟਾਈਮ ਲਗਾਉਣ ਦਾ ਕੋਈ ਫਾਇਦਾ ਨਹੀਂ ਹੈਗਾ। ਅਸੀਂ ਵਾਕਈ ਚਾਹੁੰਦੇ ਹਾਂ ਕਿ ਬੱਚੇ ਪ੍ਰੈਕਟੀਕਲੀ ਆਪਣੀ ਲਾਈਫ 'ਚ ਅਪਣਾਉਣ ਅਤੇ ਇੱਥੋਂ ਤੱਕ ਬੱਚੇ ਸਾਡੇ ਨਾਲ ਜਾਂਦੇ ਨੇ ਕਿ ਘਰ ਦੇ ਵਿੱਚ ਜੇ ਲੈਂਡ ਨਹੀਂ ਹੈ ਤਾਂ ਟੈਰੇਸ 'ਤੇ ਵੀ ਉਹ ਗਾਰਡਨਿੰਗ ਸ਼ੁਰੂ ਕਰਦੇ ਨੇ ਸਾਡੇ ਨਾਲ ਰਲ ਕੇ। ਅਸੀਂ ਆਪ ਕਰਦੇ ਹਾਂ ਜੀ, ਮੇਰੇ ਕੋਲ ਖੁਦ ਟੈਰੇਸ 'ਤੇ ਆਪਣਾ ਗਾਰਡਨ ਹੈ। ਸੋ ਵੀ ਕੀਪ ਔਨ ਇੰਸਪਾਇਰਿੰਗ। ਔਰ ਇਹ ਇੱਕ ਦਿਨ ਦਾ ਕੰਮ ਨਹੀਂ ਹੈ ਸਰ, ਇਹ ਸਾਰਾ ਸਾਲ ਚੱਲਦਾ ਹੈ ਜੀ।
ਮੈਡਮ ਜਿਸ ਤਰ੍ਹਾਂ ਅੱਜ ਬੱਚਿਆਂ ਨੇ ਦੇਖੇ ਬੜੇ ਅੱਛੇ ਪੇਂਟਿੰਗ ਬਣਾਈ ਹਾਂਜੀ ਹਾਂਜੀ ਤੇ ਕਿਵੇਂ ਲੱਗਦਾ ਵੀ ਜਿਹੜੀ ਨਵੀਂ ਜਨਰੇਸ਼ਨ ਆ ਦੇ ਹੈਵ ਮੋਰ ਆਈਡੀਆਜ਼ ਮੈਮ? ਦੇ ਹੈਵ ਮੋਰ ਆਈਡੀਆਜ਼, ਦੇ ਆਰ ਕ੍ਰੀਏਟਿਵ ਸਰ। ਓਨਲੀ ਥਿੰਗ ਇਜ਼ ਦੇ ਨੀਡ ਅ ਪੁਸ਼। ਉਹਨਾਂ ਨੂੰ ਸਪੋਰਟ ਦੀ ਲੋੜ ਹੈਗੀ ਹੈ ਤੇ ਸਾਡੇ ਵੱਲੋਂ ਇਹੀ ਹੈ ਕਿ ਇੱਕ ਉਹ ਜਿਹੜੀ ਆਪਾਂ ਕਹਿੰਦੇ ਵੀ ਚਿੰਗਾਰੀ ਰੋਸ਼ਨ ਹੀ ਕਰਨਾ ਹੈ, ਕੰਮ ਇਹਨਾਂ ਨੇ ਅੱਗੇ ਲੈ ਕੇ ਹੀ ਜਾਣਾ ਹੈ ਸਾਡਾ।